ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 74 ਤੋਂ ਸ਼ੁਰੂ ਹੋ ਕੇ 76 ਤੱਕ ਸਵੈਵਾਨ ਬਾਣੀ ਦੀ ਵਿਚਾਰ ਕਰਾਂਗੇ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ, ਸ਼ੁਰੂ ਹੋ ਰਹੀ ਹੈ ਤੇ ਬਾਣੀ ਦਾ ਸਿਰਲੇਖ ਹੈ ਪਹਿਰੇ। ਏਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਵਾਸ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਹੇ ਮਿੱਤਰ ਵਣਜਾਰੇ, ਵਣਜ ਕਰਨ ਆਇਆ ਹੋਇਆ ਜੋ ਇਸ ਸੰਸਾਰ ਤੇ, ਵਣਜ ਤਾਂ ਪਰਮਾਤਮਾ ਦੇ ਨਾਮ ਦਾ ਕਰਨ ਲਈ ਆਇਆ। ਤੇ ਕਹਿੰਦੇ ਵੀ ਹੇ ਵਣਜਾਰਿਆ ਮਿੱਤਰਾ, ਕਹਿੰਦੇ ਵੀ ਰਾਤ ਦੇ ਪਹਿਲੇ ਪਹਿਰ, ਜ਼ਿੰਦਗੀ ਦੇ ਪਹਿਲੇ ਪਹਿਰ ਪਰਮਾਤਮਾ ਦੇ ਹੁਕਮ ਦੇ ਵਿੱਚ ਮਾਤਾ ਦੇ ਪੇਟ ਦੇ ਅੰਦਰ, ਕਹਿੰਦੇ ਵੀ ਗਰਭ ਦੇ ਵਿੱਚ ਬੱਚੇ ਦਾ ਨਿਵਾਸ ਹੋਇਆ। ਫਿਰ ਕਹਿੰਦੇ ਵੀ ਅੰਦਰ, ਜਿਸ ਤਰ੍ਹਾਂ ਆਪਾਂ ਨੂੰ ਸਭ ਨੂੰ ਪਤਾ ਕਿ ਬੱਚਾ ਜੋ ਮਤਲਬ ਜੀਵ ਮਾਂ ਦੇ ਪੇਟ ਦੇ ਅੰਦਰ ਉਲਟਾ ਲਟਕ ਰਿਹਾ ਤੇ ਪਰਮਾਤਮਾ ਨੂੰ ਅਰਦਾਸ ਕਰ ਰਿਹਾ। ਇਹ ਮਤਲਬ ਜ਼ਿੰਦਗੀ ਦੇ ਜਿਹੜੇ ਪਹਿਲੇ ਪਹਿਰ ਨੇ, ਦੀ ਸ਼ੁਰੂਆਤ ਹੁੰਦੀ ਆ। ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ। ਫਿਰ ਕਹਿੰਦੇ ਜਿਸ ਤਰ੍ਹਾਂ ਉਹ ਮਤਲਬ ਸਿਰ ਉਹਦਾ ਹੇਠਾਂ ਨੂੰ ਬੱਚੇ ਦਾ ਤੇ ਪੈਰ ਉੱਪਰ ਨੂੰ ਨੇ, ਇਸ ਤਰ੍ਹਾਂ ਪਰਮਾਤਮਾ ਅੱਗੇ ਅਰਦਾਸ ਕਰ ਰਿਹਾ, ਕਿਉਂਕਿ ਬੜੇ ਮਤਲਬ ਧਿਆਨ ਦੇ ਵਿੱਚ ਆ, ਪਰਮਾਤਮਾ ਨਾਲ ਧਿਆਨ ਜੁੜਿਆ ਹੋਇਆ ਤੇ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਅਰਦਾਸਾਂ ਕਰਦਾ। ਅਰਦਾਸ ਤੇ ਇਹੀ ਕਰਦਾ ਹੋਣਾ ਕਿ ਵੀ ਜਿਸ ਹਾਲਤ ਦੇ ਵਿੱਚ ਮੈਂ ਹੁਣ ਹੈਗਾ, ਮੈਨੂੰ ਇੱਥੋਂ ਬਚਾ ਲੈ ਨਾ। ਨਾਮ ਮਰਜਾਦ ਆਇਆ ਕਲ ਪੀਤਰ, ਬਹੁੜ ਜਾਸੀ ਨਾਗਾ। ਕਹਿੰਦੇ ਵੀ ਜਿਸ ਤਰ੍ਹਾਂ ਮਰਿਆਦਾ ਤੋਂ ਉਲਟ ਮਤਲਬ ਕੱਲ ਇਸ ਤਰ੍ਹਾਂ ਵਰਤਿਆ ਹੈਗਾ ਜਿਵੇਂ ਕਲ ਯੁੱਗ ਦਾ ਟਾਈਮ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਟਾਈਮ ਆ ਉਹ ਕਲ ਯੁੱਗ ਦਾ ਮੰਨਿਆ ਗਿਆ, ਪਰ ਹਰ ਇੱਕ ਯੁੱਗ ਦੇ ਵਿੱਚ ਹੈ ਇਸ ਤਰ੍ਹਾਂ ਹੀ ਹੋ ਰਿਹਾ। ਕਹਿੰਦੇ ਜੀਵ ਜਿੱਦਾਂ ਨੰਗਾ ਹੀ ਆਉਂਦਾ ਇਸ ਧਰਤੀ ਤੇ ਫਿਰ ਨੰਗਾ ਹੀ ਵਾਪਸ ਜਾਂਦਾ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਫਿਰ ਕਹਿੰਦੇ ਜਿਸ ਤਰ੍ਹਾਂ ਉਹਦੇ ਪੂਰਬਲੇ ਕਰਮਾਂ ਦੇ ਹਿਸਾਬ ਨਾਲ ਪਰਮਾਤਮਾ ਨੇ ਉਹਦੇ ਮੱਥੇ ਤੇ ਲੇਖ ਲਿਖੇ ਨੇ, ਉਸ ਤਰ੍ਹਾਂ ਦੇ ਫਿਰ ਉਹਨੇ ਹੁਣ ਕਰਮ ਕਰਨੇ ਨੇ, ਉਸ ਤਰ੍ਹਾਂ ਦੇ ਉਹਦੇ ਕੋਲ ਲੇਖ ਨੇ ਨਾਲ ਪਰਮਾਤਮਾ ਵੱਲੋਂ ਲਿਖੇ ਹੋਏ। ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਵਾਸ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਕਹਿੰਦੇ ਫਿਰ ਜੀਵਨ ਦੇ ਕਹਿੰਦੇ ਦੂਜੇ ਪਹਿਰ ਦੇ ਵਿੱਚ, ਹੇ ਵਣਜਾਰਿਆ ਮਿੱਤਰਾ, ਕਹਿੰਦੇ ਜਿਹੜਾ ਤੇਰਾ ਧਿਆਨ ਪਰਮਾਤਮਾ 'ਚ ਟਿਕਿਆ ਸੀ, ਉਹ ਕਹਿੰਦੇ ਹੁਣ ਤੇਰਾ ਧਿਆਨ ਨਹੀਂ ਰਿਹਾ ਪਰਮਾਤਮਾ ਦੇ ਵਿੱਚ, ਉਹ ਵਿਸਰ ਗਿਆ। ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸਦਾ ਘਰ ਕਾਨ। ਹੁਣ ਜਦੋਂ ਦੂਜਾ ਪਹਿਰ ਸ਼ੁਰੂ ਹੁੰਦਾ, ਬੱਚੇ ਦਾ ਜਨਮ ਹੋ ਗਿਆ ਤੇ ਉਹਦਾ ਧਿਆਨ ਪਰਮਾਤਮਾ ਨਾਲੋਂ ਵਿਸਰ ਗਿਆ। ਹੁਣ ਕੀ ਹੁੰਦਾ, ਜਿਸ ਤਰ੍ਹਾਂ ਕਹਿੰਦੇ ਵੀ ਜਸੁਦਾ, ਜਿਸ ਤਰ੍ਹਾਂ ਕ੍ਰਿਸ਼ਨ ਜੀ ਦੇ ਟਾਈਮ ਮਤਲਬ ਉਹਨਾਂ ਦੀ ਜਸ਼ੋਦਾ ਮਾਤਾ ਸੀ, ਕਹਿੰਦੇ ਵੀ ਜਿਸ ਤਰ੍ਹਾਂ ਉਹ ਕ੍ਰਿਸ਼ਨ ਜੀ ਨੂੰ ਖਿਡਾਉਂਦੇ ਸੀ, ਤੇ ਇਸ ਤਰ੍ਹਾਂ ਕਹਿੰਦੇ ਜਿਹੜਾ ਬੱਚਾ ਹੁਣ ਕਹਿੰਦੇ ਜਨਮ ਤੋਂ ਬਾਅਦ ਕਹਿੰਦੇ ਫਿਰ ਸਾਰੇ ਰਿਸ਼ਤੇਦਾਰ ਮਿੱਤਰ ਕਹਿੰਦੇ ਉਹਨੂੰ ਜਿੱਦਾਂ ਹੱਥਾਂ ਤੇ ਚੁੱਕੀ ਫਿਰਦੇ ਨੇ, ਕਦੇ ਕੋਈ ਖਿਡਾਉਂਦਾ ਕਦੇ ਕੋਈ ਖਿਡਾਉਂਦਾ। ਹੱਥੋਂ ਹੱਥ ਨਚਾਈਐ ਪ੍ਰਾਣੀ, ਮਾਤ ਕਹੇ ਸੁਤ ਮੇਰਾ। ਹੋਰ ਕਹਿੰਦੇ ਵੀ ਜਿਸ ਤਰ੍ਹਾਂ
ਜਿਸ ਪ੍ਰਾਣੀ ਦਾ ਜਨਮ ਹੋਇਆ ਵੀ ਉਹਨੂੰ ਸਾਰੇ ਕਹਿੰਦੇ ਹੱਥਾਂ ਤੇ ਖਿਡਾਉਂਦੇ ਫਿਰਦੇ ਨੇ, ਤੇ ਮਾਤਾ ਕਹਿੰਦੀ ਆ ਵੀ ਮੇਰਾ ਪੁੱਤਰ ਆ। ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਕਹਿੰਦੇ ਹੇ ਮੇਰੇ ਗਾਫਲ ਮਨ, ਕਹਿੰਦੇ ਉਸ ਪਰਮਾਤਮਾ ਨੂੰ ਕਹਿੰਦੇ ਚੇਤੇ ਰੱਖ। ਅੰਤ ਵਿੱਚ ਕਹਿੰਦੇ ਇੱਥੋਂ ਜਾਣ ਲੱਗਿਆ ਤੇਰਾ ਕੁਛ ਵੀ ਨੀਗਾ, ਸਿਰਫ ਉਹਦਾ ਨਾਂ ਹੀ ਤੇਰਾ ਹੋਣਾ। ਜਿਨ ਰਚ ਰਚਿਆ ਤਿਸੇ ਨਾ ਜਾਣੈ, ਮਨ ਭੀਤਰ ਧਰ ਗਿਆਨ। ਕਹਿੰਦੇ ਆਪਣੇ ਅੰਦਰ ਕਹਿੰਦੇ ਸੋਚ ਵਿਚਾਰ ਕਰ, ਕਹਿੰਦੇ ਵੀ ਜਿਹਨੇ ਤੈਨੂੰ ਰਚਿਆ ਵੀ ਤੂੰ ਉਹਨੂੰ ਹੁਣ ਕਹਿੰਦੇ ਤੂੰ ਪਹਿਚਾਣ ਨਹੀਂ ਰਿਹਾ ਹੈਗਾ, ਉਹਨੂੰ ਕਹਿੰਦੇ ਹੁਣ ਤੂੰ ਯਾਦ ਨਹੀਂ ਰੱਖ ਰਿਹਾ ਹੈਗਾ। ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ, ਵਿਸਰ ਗਿਆ ਧਿਆਨ। ਹੁਣ ਕਹਿੰਦੇ ਜਦੋਂ ਦੂਜਾ ਪਹਿਰ ਜ਼ਿੰਦਗੀ ਦਾ ਸ਼ੁਰੂ ਹੋਇਆ ਇਨਸਾਨ ਦਾ ਧਿਆਨ ਪਰਮਾਤਮਾ ਵੱਲੋਂ ਵਿਸਰ ਗਿਆ, ਹਟ ਗਿਆ। ਜਿਵੇਂ ਪਹਿਲਾਂ ਲਿਵ ਲੱਗੀ ਸੀ ਨਾ ਅੰਦਰ ਮਾਤਾ ਦੇ ਪੇਟ ਦੇ ਅੰਦਰ ਬੱਚੇ ਦੀ ਪਰਮਾਤਮਾ ਦੇ ਨਾਲ, ਹੁਣ ਉਹ ਕਹਿੰਦੇ ਧਿਆਨ ਵਿਸਰ ਗਿਆ ਦੂਜੇ ਪਹਿਰ ਦੇ ਵਿੱਚ। ਤੀਜੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਧਨ ਜੋਵਨ ਸਿਉ ਚਿੱਤ। ਹੁਣ ਕਹਿੰਦੇ ਜਦੋਂ ਜ਼ਿੰਦਗੀ ਦਾ ਤੀਜਾ ਪਹਿਰ ਆਇਆ, ਜਵਾਨੀ ਆ, ਹੁਣ ਕਹਿੰਦੇ ਵੀ ਉਹਦਾ ਧਿਆਨ ਕਹਿੰਦੇ ਜੋਵਨ ਦੇ ਵਿੱਚ, ਜਵਾਨੀ ਦੇ ਨਾਲ ਉਹਦਾ ਮਤਲਬ ਚਿੱਤ ਜੁੜਿਆ ਹੋਇਆ, ਧਨ ਦੇ ਨਾਲ ਜੁੜਿਆ ਹੋਇਆ, ਮਤਲਬ ਹੁਣ ਇਹਨਾਂ ਕੰਮਾਂ 'ਚ ਪੈ ਗਿਆ, ਹੁਣ ਪਰਮਾਤਮਾ ਵੱਲੋਂ ਧਿਆਨ ਵਿਸਰ ਗਿਆ। ਹਰ ਕਾ ਨਾਮ ਨ ਚੇਤੀ ਵਣਜਾਰਿਆ ਮਿੱਤਰਾ, ਬੱਧਾ ਛੁੱਡੈ ਜਿੱਤ। ਕਹਿੰਦੇ ਵੀ ਹੁਣ ਤੂੰ ਪਰਮਾਤਮਾ ਦਾ ਨਾਮ ਨਹੀਂ ਕਹਿੰਦੇ ਯਾਦ ਕਰਦਾ, ਵੀ ਜਿਹਨੇ ਤੈਨੂੰ ਅੰਤ ਦੇ ਵਿੱਚ ਛੁਡਾਉਣਾ ਹੈਗਾ। ਜਦੋਂ ਜਮਦੂਤ ਫੜਦੇ ਨੇ, ਲੈ ਕੇ ਜਾਂਦੇ ਨੇ ਜਿੱਥੇ ਲੇਖਾ ਹੁੰਦਾ, ਉੱਥੇ ਪਤਾ ਲੱਗਦਾ ਵੀ ਕੀ ਕਮਾਈ ਆ, ਉੱਥੇ ਫਿਰ ਪਰਮਾਤਮਾ ਦਾ ਨਾਮ ਹੀ ਛੁਡਾਉਂਦਾ ਜੀਵ ਨੂੰ। ਹਰ ਕਾ ਨਾਮ ਨਾ ਚੇਤੈ ਪ੍ਰਾਣੀ, ਬਿਕਲ ਪਿਆ ਸੰਗ ਮਾਇਆ। ਕਹਿੰਦੇ ਹੇ ਪ੍ਰਾਣੀ ਤੂੰ ਹੁਣ ਮਾਇਆ ਦੇ ਵਿੱਚ ਹੀ ਵਿਆਕਲ ਆ, ਤੇ ਪਰਮਾਤਮਾ ਦਾ ਨਾਮ ਹੁਣ ਤੂੰ ਚੇਤੇ ਨਹੀਂ ਰੱਖ ਰਿਹਾ ਜਵਾਨੀ ਦੇ ਟਾਈਮ। ਧਨ ਸਿਉ ਰੱਤਾ ਜੋਵਨ ਮੱਤਾ, ਅਹਿਲਾ ਜਨਮ ਗਵਾਇਆ। ਹੁਣ ਕਹਿੰਦੇ ਜਵਾਨੀ ਦੇ ਨਸ਼ੇ ਵਿੱਚ ਤੇ ਧਨ ਵਿੱਚ ਹੀ ਕਹਿੰਦੇ ਮਤਲਬ ਗਲਤਾਨ ਹੋ ਕੇ ਇਹ ਆਪਣਾ ਜਿਹੜਾ ਸੀਗਾ ਵੀ ਬੜਾ ਕੀਮਤੀ ਜਿਹੜਾ ਜਨਮ ਆ ਉਹਨੂੰ ਗਵਾ ਲਿਆ। ਧਰਮ ਸੇਤੀ ਵਾਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ। ਕਹਿੰਦੇ ਜੋ ਧਰਮ ਦਾ ਵਪਾਰ ਕਰਨਾ ਸੀ ਪਰਮਾਤਮਾ ਦੇ ਨਾਮ ਸਿਮਰਨ ਦਾ, ਉਹ ਵਪਾਰ ਨਹੀਂ ਕੀਤਾ ਹੈਗਾ। ਜੋ ਕਹਿੰਦੇ ਆਤਮਿਕ ਜੀਵਨ, ਚੰਗੇ ਆਤਮਿਕ ਜੀਵਨ ਵਾਲੇ ਕਰਮ ਕਰਨੇ ਸੀਗੇ, ਉਹਨਾਂ ਨੂੰ ਵੀ ਆਪਣਾ ਮਿੱਤਰ ਨਹੀਂ ਬਣਾਇਆ। ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ, ਧਨ ਜੋਵਨ ਸਿਉ ਚਿੱਤ। ਚੌਥੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਹੁਣ ਕਹਿੰਦੇ ਜਦੋਂ ਚੌਥਾ ਪਹਿਰ ਆ ਗਿਆ, ਕਹਿੰਦੇ ਇਹ ਮਿੱਤਰ ਵਣਜਾਰਿਆ ਜੋ ਤੂੰ ਵਣਜ ਕਰਨ ਆਇਆ ਹੋਇਆ, ਹੁਣ ਕਹਿੰਦੇ ਖੇਤ ਨੂੰ, ਕਹਿੰਦੇ ਵੀ ਖੇਤ ਪੱਕ ਗਿਆ, ਹੁਣ ਇਹਨੂੰ ਵੱਢਣ ਵਾਲਾ ਆ ਗਿਆ। ਮਤਲਬ ਜਿਸ ਤਰ੍ਹਾਂ ਬੁਢਾਪਾ ਆ ਗਿਆ, ਫਿਰ ਬੁਢਾਪੇ ਦੇ ਵਿੱਚ ਫਿਰ ਜਮਦੂਤ ਆ ਜਾਂਦੇ ਨੇ ਲੈਣ, ਉਸ ਟਾਈਮ ਦੀ ਗੱਲ ਕਰਦੇ ਨੇ। ਜਾ ਜਮ ਪਕੜ ਚਲਾਇਆ, ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ। ਕਹਿੰਦੇ ਹੁਣ ਜਦੋਂ ਜਮ ਨੇ ਕਹਿੰਦੇ ਮਨੁੱਖ ਨੂੰ ਅੱਗੇ ਲਾ ਲਿਆ, ਜਦੋਂ ਮੌਤ ਤੋਂ ਬਾਅਦ, ਫਿਰ ਕਿਸੇ ਨੂੰ ਕਹਿੰਦੇ ਕੋਈ ਭੇਦ ਨਹੀਂ ਮਿਲਦਾ ਵੀ ਹੁਣ ਇਹ ਜੀਵਾਤਮਾ ਕਿੱਥੇ ਚਲੀ ਜਾਣੀ ਆ। ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ। ਕਹਿੰਦੇ ਹੇ ਜੀਵ ਉਸ ਪਰਮਾਤਮਾ ਨੂੰ ਚੇਤੇ ਰੱਖ, ਕਹਿੰਦੇ ਕਿਸੇ ਨੂੰ ਭੇਤ ਨਹੀਂ ਮਿਲਦਾ ਜਦੋਂ ਜਮ ਫੜ ਕੇ ਕਹਿੰਦੇ ਲੈ ਜਾਂਦੇ ਨੇ ਕਹਿੰਦੇ ਪ੍ਰਾਣੀ ਨੂੰ। ਝੂਠਾ ਰੁਦਨ ਹੋਆ ਦੁਆਲੇ, ਖਿਨ ਮਹਿ ਪਿਆ ਪਰਾਇਆ। ਕਹਿੰਦੇ ਵੀ ਫੇਰ ਜਿੱਦਾਂ ਸਾਰੇ ਰਿਸ਼ਤੇਦਾਰ ਮਿੱਤਰ ਕਹਿੰਦੇ ਵੀ ਰੋਂਦੇ ਨੇ ਜੀਵ ਦੇ ਆਲੇ,
ਦੁਆਲੇ ਬੈਠ ਕੇ। ਪਰ ਫਿਰ ਕਹਿੰਦੇ ਵੀ ਉਹ ਜਿਹੜਾ ਰੁਦਨ ਹੁੰਦਾ ਉਹ ਵੀ ਝੂਠਾ ਹੀ ਹੁੰਦਾ, ਕਿਉਂਕਿ ਉਹਦੇ ਨਾਲ ਕੁਝ ਬਣਨਾ ਤਾਂ ਹੁੰਦਾ ਨਹੀਂਗਾ, ਜੋ ਹੋਣਾ ਸੀ ਉਹ ਹੋ ਜਾਂਦਾ। ਤੇ ਕਹਿੰਦੇ ਉਹ ਜੀਵ ਕਹਿੰਦੇ ਵੀ ਜਿਹਦੇ ਸਾਰੇ ਰਿਸ਼ਤੇਦਾਰ ਮਿੱਤਰ ਸੀ, ਉਹ ਉਹਨਾਂ ਲਈ ਕਹਿੰਦੇ ਇੱਕ ਪਲ ਦੇ ਵਿੱਚ ਪਰਾਇਆ ਹੋ ਜਾਂਦਾ। ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ। ਫਿਰ ਕਹਿੰਦੇ ਵੀ ਜਿਸ ਤਰ੍ਹਾਂ ਦੇ ਕਰਮ ਕੀਤੇ ਹੁੰਦੇ ਨੇ ਆਪਣੀ ਜੀਵਨ ਦੇ ਦੌਰਾਨ, ਫਿਰ ਉਸ ਤਰ੍ਹਾਂ ਦੀ ਉਸ ਇਨਸਾਨ ਦੇ ਕੋਲ ਉਹਨੇ ਆਪਣੀ ਇਕੱਠੀ ਰਾਸ ਪੂੰਜੀ ਕੀਤੀ ਹੁੰਦੀ ਆ। ਜਿਸ ਨੇ ਚੰਗੇ ਕੀਤੇ ਨੇ ਕਰਮ ਉਹਦੀ ਉਦਾਂ ਦੀ ਆ, ਜਿਹਨੇ ਮਾੜੇ ਕੀਤੇ ਨੇ ਉਦਾਂ ਦੀ ਆ, ਜਿਹਨੇ ਪਰਮਾਤਮਾ ਦਾ ਨਾਮ ਲਿਆ ਉਹਦੀ ਉਦਾਂ ਦੀ ਰਾਸ ਪੂੰਜੀ ਇਕੱਠੀ ਹੋਈ ਆ। ਉਸ ਤਰ੍ਹਾਂ ਦੀ ਵਸਤ ਕਹਿੰਦੇ ਇਕੱਠੀ ਹੋਈ ਹੁੰਦੀ ਆ। ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ। ਹਾਂਜੀ, ਫਿਰ ਨਾਨਕ ਜੀ ਕਹਿੰਦੇ ਨੇ ਜੀਵਨ ਦੇ ਚੌਥੇ ਪਹਿਰ ਜਦੋਂ ਬੁਢਾਪਾ ਆ ਜਾਂਦਾ ਤਾਂ ਫਿਰ ਜਿੱਦਾਂ ਮਤਲਬ ਉਹ ਸਰੀਰ ਰੂਪੀ ਜਿਹੜੀ ਖੇਤੀ ਆ ਪੱਕ ਜਾਂਦੀ ਆ, ਫਿਰ ਉਹਨੂੰ ਵੱਢਣ ਵਾਲਾ ਵੱਢ ਲੈ ਜਾਂਦਾ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ। ਕਹਿੰਦੇ ਜੀਵਨ ਦੇ ਪਹਿਲੇ ਪਹਿਰ ਵਿੱਚ ਬੱਚਾ ਹੁੰਦਾ ਤਾਂ ਕਹਿੰਦੇ ਜਿਹੜੀ ਉਹਦੀ ਬੁੱਧੀ ਹੁੰਦੀ ਆ ਉਹ ਅਣਜਾਣ ਹੁੰਦੀ ਆ, ਕਿ ਉਹਨੂੰ ਬਹੁਤਾ ਪਤਾ ਨਹੀਂ ਹੁੰਦਾ ਹੈਗਾ ਜੀਵਨ ਬਾਰੇ। ਖੀਰ ਪੀਐ ਖੇਲਾਈਐ ਵਣਜਾਰਿਆ ਮਿੱਤਰਾ ਮਾਤ ਪਿਤਾ ਸੁਤ ਹੇਤ। ਬੱਚੇ ਨੂੰ ਬਸ ਜਦੋਂ ਛੋਟਾ ਹੁੰਦਾ ਬੱਚੇ ਨੂੰ ਇਹੀ ਹੁੰਦਾ ਕਿ ਮਾਂ ਦਾ ਦੁੱਧ ਪੀਤਾ ਤੇ ਬਸ ਫਿਰ ਉਹ ਖੇਡਦਾ ਰਹਿੰਦਾ ਹੈ ਨਾ। ਤੇ ਸਿਰਫ ਜਿਹੜੇ ਹੈਗੇ ਨੇ ਮਾਤਾ ਪਿਤਾ ਕਹਿੰਦੇ ਵੀ ਉਹਨੂੰ ਮਾਤਾ ਪਿਤਾ ਆਪਣੇ ਬੱਚੇ ਨੂੰ ਪੁੱਤਰ ਨੂੰ ਪਿਆਰ ਕਰਦੇ ਨੇ, ਹਨਾ। ਵੀ ਉਹ ਜਦੋਂ ਛੋਟੀ ਸਭ ਤੋਂ ਪਹਿਲੀ ਉਮਰ ਦੀ ਬਾਰੇ ਦੱਸ ਰਹੇ ਨੇ ਕਿ ਪਹਿਲੇ ਜਦੋਂ ਬੱਚਾ ਹੁੰਦਾ ਵੀ ਇਸ ਤਰ੍ਹਾਂ ਹੁੰਦਾ, ਬੱਚਾ ਦੁੱਧ ਪੀ ਲਿਆ, ਖੇਡ ਲਿਆ, ਮਾਤਾ ਪਿਤਾ ਨੇ ਖਿਡਾ ਲਿਆ, ਤੇ ਮਾਤਾ ਪਿਤਾ ਦੇ ਨਾਲ ਪੁੱਤਰ ਨੂੰ ਪਿਆਰ ਹੁੰਦਾ ਤੇ ਪੁੱਤਰ ਨੂੰ ਮਾਤਾ ਪਿਤਾ ਨਾਲ ਪਿਆਰ ਹੁੰਦਾ, ਕਿ ਬੱਚੇ ਨੂੰ ਫਿਰ ਪਹਿਚਾਣ ਹੋ ਜਾਂਦੀ ਹੈ, ਛੋਟੇ ਨੂੰ ਹੌਲੀ ਹੌਲੀ ਪਹਿਚਾਣ ਆਉਣੀ ਸ਼ੁਰੂ ਹੋ ਜਾਂਦੀ ਆ। ਮਾਤ ਪਿਤਾ ਸੁਤ ਨੇਹੋ ਕਨੇਰਾ ਮਾਇਆ ਮੋਹ ਸਬਾਈ। ਫਿਰ ਕਹਿੰਦੇ ਨੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੂੰ ਆਪਣੇ ਪੁੱਤਰ ਨਾਲ ਵੀ ਬਹੁਤ ਪਿਆਰ ਹੁੰਦਾ, ਵੀ ਇਹ ਸਾਰਾ ਜਿਹੜਾ ਪਿਆਰ ਹੁੰਦਾ ਇਹ ਮਾਇਆ ਦੇ ਅਧੀਨ, ਇਹ ਵੀ ਮਾਇਆ ਹੀ ਆ, ਜਿਹੜਾ ਮੋਹ ਆ ਇਹ ਵੀ ਮਾਇਆ। ਕਹਿੰਦੇ ਇਸ ਤਰ੍ਹਾਂ ਵੀ ਬਹੁਤ ਮੋਹ ਹੁੰਦਾ, ਵੀ ਇਹ ਵੀ ਇੱਕ ਤਰ੍ਹਾਂ ਵੀ ਮਾਇਆ ਹੈਗੀ ਆ। ਸੰਜੋਗੀ ਆਇਆ ਕਿਰਤ ਕਮਾਇਆ ਕਰਨੀ ਕਾਰ ਕਰਾਈ। ਕਹਿੰਦੇ ਜਿਹੜੇ ਪਿਛਲੇ ਆਪਣੇ ਪੂਰਬਲੇ ਕਰਮ ਹੁੰਦੇ ਨੇ ਉਹਨਾਂ ਨਾਲ ਜਿਹੜੇ ਸੰਜੋਗ ਬਣੇ ਹੁੰਦੇ ਨੇ, ਫਿਰ ਉਸ ਹਿਸਾਬ ਨਾਲ ਰਿਸ਼ਤੇ ਨਾਤੇ ਬਣਦੇ ਨੇ ਤੇ ਬੱਚੇ ਦਾ ਜਨਮ ਹੁੰਦਾ, ਉਸ ਸੰਜੋਗ ਕਰਕੇ ਉਹ ਜਨਮ ਲੈ ਕੇ ਆਉਂਦਾ। ਫਿਰ ਕਹਿੰਦੇ ਜਿਹੜੀ ਉਹਦੀ ਆਪਣੇ ਪੂਰਬਲੇ ਕਰਮਾਂ ਦੇ ਹਿਸਾਬ ਨਾਲ ਹੀ ਕਹਿੰਦੇ ਫਿਰ ਉਹ ਆਪਣੀ ਜਿਹੜੀ ਉਹਨੇ ਕਿਰਤ ਕੀਤੀ ਹੁੰਦੀ ਆ, ਫਿਰ ਉਹਦੇ ਹਿਸਾਬ ਨਾਲ ਹੀ ਹੁਣ ਉਹ ਸਾਰੀ ਜਿਹੜੀ ਕਾਰ ਆ ਵੀ ਉਹ ਕਰਦਾ। ਰਾਮ ਨਾਮ ਬਿਨ ਮੁਕਤ ਨਾ ਹੋਈ ਬੂਢੀ ਦੂਜੈ ਹੇਤ। ਕਹਿੰਦੇ ਹੇ ਜੀਵ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਦੂਜੀ ਹੇਤ ਮਾਇਆ ਦੇ ਪਿਆਰ ਦੇ ਵਿੱਚ ਸ੍ਰਿਸ਼ਟੀ ਡੁੱਬ ਜਾਂਦੀ ਆ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੂਟੇਗਾ ਹਰ ਚੇਤ। ਕਹਿੰਦੇ ਹੇ ਜੀਵ, ਮਤਲਬ ਪਰਮਾਤਮਾ ਦਾ ਕਹਿੰਦੇ ਜਦੋਂ ਨਾਂ ਲਏਗਾ, ਚਾਹੇ ਪਹਿਲਾ ਪਹਿਰ ਹੀ ਸ਼ੁਰੂ ਹੋਇਆ, ਕਹਿੰਦੇ ਪਰਮਾਤਮਾ ਦਾ ਨਾਂ ਲਏਗਾ ਫੇਰ ਹੀ ਕਹਿੰਦੇ ਇਸ ਸੰਸਾਰ ਸਾਗਰ ਤੋਂ ਤਰ ਸਕਦਾ, ਤੇ ਉਸ ਪਰਮਾਤਮਾ ਦਾ ਨਾਂ ਲੈ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਭਰ ਜੋਬਨ ਮੈਂ ਮਤ। ਕਹਿੰਦੇ ਫਿਰ ਦੂਜਾ ਜਦੋਂ ਪਹਿਰ ਆਉਂਦਾ, ਜਵਾਨੀ ਹੁੰਦੀ ਆ, ਜਵਾਨੀ ਦੇ ਨਸ਼ੇ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਜੀਵ ਰਹਿੰਦਾ ਜਿਵੇਂ ਸ਼ਰਾਬ ਦੇ ਨਸ਼ੇ 'ਚ ਕੋਈ ਹੁੰਦਾ। ਕਹਿੰਦੇ ਵੀ ਹੇ ਮਿੱਤਰ, ਹੁਣ ਤੇਰਾ ਇਹ ਦੂਜਾ ਪਹਿਰ ਜਿਹੜਾ ਹੈਗਾ ਜ਼ਿੰਦਗੀ ਦਾ ਉਹ ਚੱਲ ਰਿਹਾ। ਅਹਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਦਲੇ ਨਾਮ ਨ ਚਿੱਤ।
ਫਿਰ ਇਸ ਪਹਿਰ ਜਿਹੜਾ ਜਵਾਨੀ ਹੁੰਦੀ ਆ, ਫਿਰ ਕਹਿੰਦੇ ਜਿਸ ਤਰ੍ਹਾਂ ਹਰ ਇੱਕ ਜੀਵ ਨੂੰ ਕਾਮ ਨੇ ਕਹਿੰਦੇ ਗਲਤਾਨ ਕੀਤਾ ਹੁੰਦਾ, ਉਹ ਉਮਰ ਦੇ ਵਿੱਚ ਉਹਨੂੰ ਪਰਮਾਤਮਾ ਦਾ ਨਾਮ ਚਿੱਤ ਚੇਤੇ ਨਹੀਂ ਹੁੰਦਾ ਹੈਗਾ। ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੈ ਰਸ ਕਸ ਮੀਠੇ। ਕਹਿੰਦੇ ਉਹਦੇ ਅੰਦਰ ਰਾਮ ਨਾਮ, ਪਰਮਾਤਮਾ ਦਾ ਨਾਮ ਤਾਂ ਕਹਿੰਦੇ ਉਹਦੇ ਅੰਦਰ ਬਿਲਕੁਲ ਹੀ ਨਹੀਂ ਹੁੰਦਾ, ਤੇ ਉਹ ਹੋਰ ਪਦਾਰਥਾਂ ਵਿੱਚ, ਸੰਸਾਰ ਦੇ ਵਿੱਚ, ਮਿੱਠਿਆਂ ਕੌੜਿਆਂ ਸਾਰਿਆਂ ਰਸਾਂ ਦੇ ਵਿੱਚ, ਉਹਨਾਂ ਦੇ ਵਿੱਚ ਹੀ ਉਹ ਕਹਿੰਦੇ ਰੁੱਝਿਆ ਰਹਿੰਦਾ। ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਮਰੈ ਗਏ ਝੂਠੇ। ਕਹਿੰਦੇ ਹੁਣ ਜਿਹੜੀ ਇਹ ਜਵਾਨੀ ਵਾਲਾ ਟਾਈਮ ਆ, ਨਾ ਤਾਂ ਕਹਿੰਦੇ ਹੁਣ ਜੀਵ ਨੂੰ ਪਰਮਾਤਮਾ ਬਾਰੇ ਕੋਈ ਗਿਆਨ ਆ, ਨਾ ਕੋਈ ਆਤਮਿਕ ਜੀਵਨ ਬਾਰੇ ਗਿਆਨ ਆ, ਨਾ ਕੋਈ ਉਹਨੂੰ ਪਰਮਾਤਮਾ 'ਚ ਧਿਆਨ ਲਾਉਂਦਾ, ਨਾ ਹੀ ਕੋਈ ਗੁਣ ਇਕੱਠੇ ਕਰਦਾ, ਨਾ ਹੀ ਆਪਣੇ ਗਿਆਨ ਇੰਦਰੀਆਂ ਨੂੰ ਕੋਈ ਵਿਕਾਰਾਂ ਤੋਂ ਮਤਲਬ ਹਟਾਉਣ ਲਈ ਕੋਈ ਉਦਮ ਕਰਦਾ। ਫਿਰ ਕਹਿੰਦੇ ਵੀ ਜਿਹੜਾ ਇਸ ਤਰ੍ਹਾਂ ਦਾ ਜਿਹਨੇ ਆਪਣਾ ਇਹ ਜੀਵਨ ਗੁਜ਼ਾਰਨਾ, ਕਹਿੰਦੇ ਬਸ ਫਿਰ ਇਹ ਤਾਂ ਜਿੱਦਾਂ ਵਿਅਰਥ ਜੀਵਨ ਜਾਣਾ, ਮਨੁੱਖਾ ਜੀਵਨ। ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ। ਕਹਿੰਦੇ ਅਸਲ ਦੇ ਵਿੱਚ ਧਾਰਮਿਕ ਹੋ ਜਾਣਾ ਤਾਂ ਗੱਲ ਵੱਖਰੀ ਆ, ਪਰ ਜਵਾਨੀ ਦੇ ਟਾਈਮ ਕੋਈ ਇਸ ਤਰ੍ਹਾਂ ਝੂਠੇ ਕਰਮ ਕਾਂਡ ਵੀ ਨਹੀਂ ਕਰਦਾ ਜਿਹੜੇ ਧਾਰਮਿਕ ਹੋਣ। ਨਾ ਕੋਈ ਵਰਤ, ਨਾ ਕੋਈ ਤੀਰਥਾਂ ਤੇ ਇਸ਼ਨਾਨ, ਨਾ ਕੋਈ ਸੰਜਮ ਰੱਖਣਾ, ਨਾ ਕੋਈ ਹੋਰ ਕਰਮ ਧਰਮ ਪੂਜਾ ਕਰਨੀ ਆ, ਵੀ ਮਤਲਬ ਏਦਾਂ ਝੂਠੇ ਕਰਮ ਕਾਂਡ ਵੀ ਨਹੀਂ ਕਰਦਾ ਹੈਗਾ। ਵੀ ਅਸਲ 'ਚ ਤਾਂ ਚੱਲ ਗੱਲ ਹੀ ਛੱਡੋ ਵੀ ਜਿਹੜੇ ਕਰਨੇ ਆ। ਨਾਨਕ ਭਾਏ ਭਗਤ ਨਿਸਤਾਰਾ, ਦੁਬਦਾ ਵਿਆਪੈ ਦੂਜਾ। ਕਹਿੰਦੇ ਹੇ ਨਾਨਕ, ਜੋ ਪਰਮਾਤਮਾ ਦੀ ਭਗਤੀ ਕਰਦੇ ਨੇ ਪ੍ਰੇਮ ਦੇ ਵਿੱਚ, ਉਹਨਾਂ ਦਾ ਹੀ ਸੰਸਾਰ ਸਮੁੰਦਰ ਤੋਂ ਤਾਰ ਹੋਣਾ, ਪਾਰਾ ਹੋਣਾ। ਤੇ ਜਿਹੜੇ ਕਹਿੰਦੇ ਦੁਬਦਾ ਦੇ ਵਿੱਚ ਨੇ, ਕਹਿੰਦੇ ਜਿਹੜੇ ਮਾਇਆ ਦੇ ਵਿੱਚ ਨੇ, ਉਹਨਾਂ ਦਾ ਤਾਂ ਮਤਲਬ ਫਿਰ ਨਿਸਤਾਰਾ ਨਹੀਂ ਹੋ ਸਕਦਾ। ਉਹਨਾਂ ਨੂੰ ਤੇ ਫਿਰ ਮਾਇਆ ਦੀ ਵਿਆਪੀ ਰਹਿੰਦੀ ਆ। ਤੀਜੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ, ਸਰ ਹੰਸ ਉਲਥੜੇ ਆਏ। ਫਿਰ ਕਹਿੰਦੇ ਜ਼ਿੰਦਗੀ ਦਾ ਤੀਜਾ ਪਹਿਰ ਆ ਗਿਆ। ਹੁਣ ਜੋਬਨ ਆ ਜਿਹੜਾ ਢਲਣਾ ਸ਼ੁਰੂ ਹੋ ਗਿਆ, ਤੇ ਸਿਰ ਦੇ ਉੱਤੇ ਚਿੱਟੇ ਵਾਲ ਆਉਣੇ ਸ਼ੁਰੂ ਹੋ ਗਏ। ਜੋਬਨ ਘਟੈ ਜਰੂਆ ਜਿਨੈ, ਵਣਜਾਰਿਆ ਮਿੱਤਰਾ, ਆਵ ਘਟੈ ਦਿਨ ਜਾਏ। ਕਹਿੰਦੇ ਹੁਣ ਜਵਾਨੀ ਦਾ ਜ਼ੋਰ ਘਟਦਾ ਜਾਂਦਾ ਤੇ ਬੁਢਾਪਾ ਜਿੱਤਦਾ ਜਾਂਦਾ। ਕਹਿੰਦੇ ਹੇ ਵਣਜਾਰਿਆ ਮਿੱਤਰਾ, ਹੁਣ ਕਹਿੰਦੇ ਤੇਰੇ ਜ਼ਿੰਦਗੀ ਦੇ ਜਿਹੜੇ ਦਿਨ ਨੇ ਛੇਤੀ ਖਤਮ ਹੁੰਦੇ ਜਾ ਰਹੇ ਨੇ, ਤੇ ਤੇਰੀ ਜਿਹੜੀ ਉਮਰ ਆ ਉਹ ਘਟਦੀ ਜਾ ਰਹੀ ਆ। ਅੰਤ ਕਾਲ ਪਛਤਾਸੀ ਅੰਧਲੇ, ਜਾ ਜਮ ਪਕੜ ਚਲਾਇਆ। ਕਹਿੰਦੇ ਹੁਣ ਤਾਂ ਮਤਲਬ ਤੂੰ ਪਰਮਾਤਮਾ ਦਾ ਨਾਂ ਨਹੀਂ ਲੈ ਰਿਹਾ, ਪਰ ਕਹਿੰਦੇ ਜਦ ਅੰਤ ਦੇ ਵਿੱਚ ਜਦੋਂ ਜੰਮਾਂ ਨੇ ਆ ਕੇ ਫੜਿਆ ਨਾ, ਫਿਰ ਕਹਿੰਦੇ ਤੂੰ ਪਛਤਾਉਣਾ। ਸਭ ਕਿਛ ਆਪਣਾ ਕਰ ਕਰ ਰਾਖਿਆ, ਖਿਨ ਮਹਿ ਪਿਆ ਪਰਾਇਆ। ਕਹਿੰਦੇ ਹੁਣ ਜਿਸ ਟਾਈਮ ਵੀ ਤੂੰ ਪਰਮਾਤਮਾ ਦਾ ਨਾਂ ਤਾਂ ਨਹੀਂ ਲੈਂਦਾ ਹੈਗਾ, ਮਾਇਆ ਦੇ ਵਿੱਚ ਗਲਤਾਨ ਆ, ਹਰ ਇੱਕ ਚੀਜ਼ ਨੂੰ ਕਹਿੰਦੇ ਆਪਣੀ ਕਰਕੇ ਸਾਂਭ ਰਿਹਾ, ਉਹ ਚੀਜ਼, ਉਹ ਸਮਾਨ ਜੋ ਇਕੱਠਾ ਕਰ ਰਿਹਾ, ਕਹਿੰਦੇ ਜਦੋਂ ਮੌਤ ਆਉਣੀ ਆ ਤਾਂ ਉਹ ਇੱਕ ਸਕਿੰਟ ਦੇ ਵਿੱਚ ਸਭ ਕੁਛ ਪਰਾਇਆ ਹੋ ਜਾਣਾ, ਕਿਉਂਕਿ ਆਪਣੇ ਨਾਲ ਤਾਂ ਉਹ ਜਾ ਨਹੀਂ ਸਕਦਾ, ਫਿਰ ਉਹ ਪਰਾਇਆ ਹੀ ਹੋਇਆ ਨਾ। ਬੁੱਧ ਵਿਸਰਜੀ ਗਈ ਸਿਆਣਪ, ਕਰ ਅਵਗਣ ਪਛਤਾਏ। ਕਹਿੰਦੇ ਵੀ ਫੇਰ ਕਹਿੰਦੇ ਜਦੋਂ ਬੁਢਾਪਾ ਆਉਂਦਾ, ਕਹਿੰਦੇ ਜਿਹੜੀ ਮਤਲਬ ਹੁੰਦੀ ਆ ਬੁਢਾਪੇ ਦੇ ਵਿੱਚ, ਫਿਰ ਬੁੱਧ ਵੀ ਘੱਟ ਕੰਮ ਕਰਦੀ ਆ। ਫਿਰ ਕਹਿੰਦੇ ਸਾਰੀ ਜਿਹੜੀ ਸਿਆਣਪਾ ਚਲੀ ਜਾਂਦੀ ਆ। ਹੁਣ ਕਹਿੰਦੇ ਵੀ ਪਛਤਾਉਂਦਾ ਕਿ ਵੀ ਮੈਂ ਸਾਰੇ ਜਿਹੜੇ ਔਗਣ ਸੀਗੇ, ਔਗਣ ਹੀ ਕੀਤੇ ਨੇ, ਵੀ ਪਰਮਾਤਮਾ ਦਾ ਨਾਂ ਲਿਆ ਨਹੀਂ ਹੈਗਾ। ਕਹ ਨਾਨਕ ਪ੍ਰਾਣੀ ਤੀਜੇ ਪਹਿਰੇ, ਪ੍ਰਭ ਚੇਤੋ ਲਿਵ ਲਾਏ। ਕਹਿੰਦੇ ਹੇ ਪ੍ਰਾਣੀ, ਪਰਮਾਤਮਾ ਨੇ ਜੋ ਤੈਨੂੰ ਇਹ ਜ਼ਿੰਦਗੀ ਦਿੱਤੀ ਆ, ਇਹਦੇ ਤੀਜੇ ਪਹਿਰ ਪਰਮਾਤਮਾ ਦੇ ਨਾਲ ਸਿਮਰਨ, ਪਰਮਾਤਮਾ ਦਾ ਸਿਮਰਨ ਕਰ, ਪਰਮਾਤਮਾ ਦੇ ਨਾਲ ਧਿਆਨ ਜੋੜ।
ਚੌਥੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਬਿਰਦ ਪਿਆ ਤਨ ਖੀਣ। ਕਹਿੰਦੇ ਹੁਣ ਜੀਵਨ ਦੇ ਚੌਥੇ ਪਹਿਰ ਦੇ ਵਿੱਚ ਬੁਢਾਪਾ ਆ ਗਿਆ ਤੇ ਸਰੀਰ ਕਮਜ਼ੋਰ ਹੋ ਗਿਆ। ਅੱਖੀ ਅੰਧ ਨ ਦਿਸਈ ਵਣਜਾਰਿਆ ਮਿੱਤਰਾ ਕੰਨੀ ਸੁਣੈ ਨ ਵੈਣ। ਹਾਂਜੀ, ਵਾਰ-ਵਾਰ ਗੁਰੂ ਨਾਨਕ ਪਾਤਸ਼ਾਹ ਸੰਬੋਧਨ ਕਰਦੇ ਨੇ, ਵਣਜਾਰਿਆ ਮਿੱਤਰਾ ਕਹਿ ਰਹੇ ਨੇ। ਵਣਜਾਰਿਆ ਇਸ ਕਰਕੇ ਵਾਰ-ਵਾਰ ਕਹਿ ਰਹੇ ਨੇ ਕਿ ਜੀਵ ਸੰਸਾਰ ਤੇ ਪਰਮਾਤਮਾ ਦਾ ਨਾਮ ਦਾ ਵਣਜ ਕਰਨ ਆਉਂਦਾ। ਬਸ ਇੱਕ ਇਹ ਕੰਮ ਲਈ ਆਉਂਦਾ ਜੀਵ। ਬਾਕੀ ਜੋ ਕੰਮ ਕਰਨੇ ਨੇ ਚਲੋ ਸਰੀਰ ਨੂੰ ਰੱਖਣ ਦੇ ਲਈ, ਆਪਣੇ ਗ੍ਰਹਿਸਥ ਦੇ ਵਿੱਚ ਰਹਿ ਕੇ ਸਾਨੂੰ ਗ੍ਰਹਿਸਥ ਧਰਮ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਆ ਤੇ ਉਹਨੂੰ ਚਲਾਉਣ ਦੇ ਲਈ ਅਸੀਂ ਉਹ ਕਾਰ ਕਰਨੀ ਆ। ਉਹਦੇ ਲਈ ਉਹਨਾਂ ਨੇ ਸਾਨੂੰ ਨਹੀਂ ਕਿਹਾ, ਉਹਨਾਂ ਨੇ ਕਿਹਾ ਵੀ ਆਪ, ਤਾਂ ਹੀ ਕਿਹਾ ਨਾ ਵੀ ਕਰਾਂਗੇ ਤਾਂ ਹੀ ਵੰਡ ਛਕਾਂਗੇ ਨਾ। ਤੇ ਇਹਦੇ ਤੋਂ ਉਹਨਾਂ ਨੇ ਸਾਨੂੰ ਮਨਾਹੀ ਨਹੀਂ ਕੀਤੀ, ਪਰ ਸਭ ਕੁਝ ਦੇ ਵਿੱਚ ਵਿਚਰਦਿਆਂ ਹੋਇਆਂ ਉਹਦਾ ਨਾਮ ਸਭ ਤੋਂ ਉੱਪਰ ਰੱਖਣਾ, ਉਹਦਾ ਨਾਮ ਨਹੀਂ ਕਦੇ ਭੁੱਲਣਾ। ਇਸ ਕਰਕੇ ਵਾਰ-ਵਾਰ ਕਹਿ ਰਹੇ ਨੇ ਵਣਜਾਰਿਆ ਮਿੱਤਰਾ, ਵੀ ਵਣਜ ਕਰਨ ਆਇਆ ਹਾਂ ਉਹਦੇ ਨਾਂ ਦਾ, ਹੇ ਮਿੱਤਰ, ਹੇ ਜੀਵ। ਚੌਥੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਬਿਰਦ ਪਿਆ ਤਨ ਖੀਣ। ਅੱਖੀ ਅੰਧ ਨ ਦਿਸਈ ਵਣਜਾਰਿਆ ਮਿੱਤਰਾ ਕੰਨੀ ਸੁਣੈ ਨ ਵੈਣ। ਹੁਣ ਕਹਿੰਦੇ ਜਦੋਂ ਬੁਢਾਪਾ ਆ ਗਿਆ, ਅੱਖਾਂ ਤੋਂ ਦਿਸਣਾ ਵੀ ਹਟ ਗਿਆ ਤੇ ਕੰਨਾਂ ਤੋਂ ਸੁਣਨਾ ਵੀ ਹਟ ਗਿਆ। ਅੱਖੀ ਅੰਧ ਜੀਵ ਰਸ ਨਾਹੀ ਰਹੇ ਪਰਾਕੋ ਤਾਣਾ। ਹੁਣ ਕਹਿੰਦੇ ਬੁਢਾਪਾ ਆਇਆ, ਅੱਖਾਂ ਤੋਂ ਕਹਿੰਦੇ ਦਿਸਣਾ ਹਟ ਗਿਆ। ਜਿਹੜੀ ਜੀਵ ਆ ਕਹਿੰਦੇ ਉਹਨੇ ਵੀ ਹੁਣ ਉਹਨੂੰ ਵੀ ਹੁਣ ਸਵਾਦ ਨਹੀਂ ਰਿਹਾ ਹੈਗਾ ਬਾਕੀ ਦੇ ਹੋਰ ਰਸ ਕਸ ਦਾ, ਕਹਿੰਦੇ ਖਾਣ ਦਾ। ਹੁਣ ਕਹਿੰਦੇ ਜਿਹੜਾ ਸੀਗਾ ਸਰੀਰ ਦਾ ਬਲ ਉਹ ਵੀ ਘਟ ਗਿਆ। ਗੁਣ ਅੰਤਰ ਨਾਹੀ ਕਿਉਂ ਸੁਖ ਪਾਵੈ ਮਨਮੁਖ ਆਵਣ ਜਾਣਾ। ਫਿਰ ਕਹਿੰਦੇ ਉਹ ਜੀਵ ਜੋ ਮਨ ਦੇ ਆਪਣੇ ਪਿੱਛੇ ਤੁਰਨ ਵਾਲੇ ਨੇ, ਕਹਿੰਦੇ ਉਹਨਾਂ ਨੇ ਕੋਈ ਗੁਣ ਨਹੀਂ ਇਕੱਠੇ ਕੀਤੇ, ਉਹਨਾਂ ਨੇ ਪਰਮਾਤਮਾ ਦੇ ਗੁਣ ਯਾਦ ਨਹੀਂ ਕੀਤੇ ਹੈਗੇ ਤੇ ਪਰਮਾਤਮਾ ਦੇ ਗੁਣਾਂ ਦੀ ਸਿਫਤ ਨਹੀਂ ਕੀਤੀ। ਹੁਣ ਕਹਿੰਦੇ ਕਿਵੇਂ ਸੁੱਖ ਪਾਉਣ? ਤੇ ਫਿਰ ਕਹਿੰਦੇ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦੇ ਨੇ। ਖੜ ਪੱਕੀ ਕੁੜ ਭੱਜੈ ਬਿਨਸੈ ਆਏ ਚਲੇ ਕਿਆ ਮਾਣ। ਕਹਿੰਦੇ ਜਿਵੇਂ ਜਦੋਂ ਫਸਲ ਪੱਕ ਜਾਂਦੀ ਆ ਨਾ, ਉਹਦੇ ਜਿਹੜੇ ਨਾੜ ਹੁੰਦੇ ਨੇ, ਕਹਿੰਦੇ ਉਹਨਾਂ ਨੂੰ ਇਦਾਂ ਮਤਲਬ ਫੜ ਕੇ ਕਰੀਦਾ ਤਾਂ ਫਿਰ ਜਿੱਦਾਂ ਉਹ ਟੁੱਟ ਜਾਂਦੇ ਨੇ। ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਵੀ ਸਰੀਰ ਹੁਣ ਜੀਵ ਦਾ ਕਹਿੰਦੇ ਬਿਨਸ ਜਾਣਾ, ਕਹਿੰਦੇ ਇਹਦਾ ਕੀ ਮਾਣ ਆ? ਪੱਕ ਗਿਆ ਸਰੀਰ ਹੁਣ ਬਿਨਸਣ ਵਾਲਾ, ਹੁਣ ਇਹਦਾ ਕੀ ਮਾਣ ਆ? ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ। ਕਹਿੰਦੇ ਚਲੋ ਹੁਣ ਤੂੰ 3 ਪਹਿਰ ਤਾਂ ਆਪਣੀ ਜ਼ਿੰਦਗੀ ਦੇ ਕੱਢ ਦਿੱਤੇ ਨੇ, ਹੁਣ ਚੌਥੇ ਪਹਿਰ ਹੀ ਕਹਿੰਦੇ ਤੂੰ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਸ਼ਬਦ ਦੇ ਨਾਲ ਜਾਣ ਪਛਾਣ ਪਾ ਲੈ। ਓੜਕ ਆਇਆ ਤਿੰਨ ਸਾਹਿਆ ਵਣਜਾਰਿਆ ਮਿੱਤਰਾ ਜਰ ਜਰਵਾਣਾ ਕੰਨ। ਕਹਿੰਦੇ ਜਿੰਨੇ ਸਾਹ ਪਰਮਾਤਮਾ ਨੇ ਕਹਿੰਦੇ ਤੈਨੂੰ ਦਿੱਤੇ ਸੀ ਇਹ ਵਣਜਾਰੇ ਮਿੱਤਰ, ਕਹਿੰਦੇ ਹੁਣ ਉਹਨਾਂ ਦਾ ਅੰਤ ਆ ਗਿਆ, ਖਤਮ ਹੋ ਗਏ। ਕਹਿੰਦੇ ਹੁਣ ਜਿਸ ਤਰ੍ਹਾਂ ਵੀ ਤੇਰੇ ਵੀ ਜਿਹੜਾ ਜਮਦੂਤ ਆ ਤੇਰੇ ਜਿੱਦਾਂ ਮੋਢਿਆਂ ਤੇ ਆ ਪਹੁੰਚਿਆ, ਕਹਿੰਦੇ ਬੁਢਾਪੇ ਦੇ ਰਾਹੀਂ। ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ ਅਵਗਣ ਖੜਸਣ ਬੰਨ। ਕਹਿੰਦੇ ਤੂੰ ਇੱਕ ਰੱਤੀ ਜਿੰਨੇ ਟਾਈਮ ਲਈ, ਕਿ ਬਹੁਤ ਥੋੜੇ ਜਿਹੇ ਟਾਈਮ ਲਈ ਵੀ ਕਹਿੰਦੇ ਤੂੰ ਪਰਮਾਤਮਾ ਦੇ ਗੁਣਾਂ ਦੀ ਵਿੱਚ ਸਮਾਈ ਨਹੀਂ ਕੀਤੀ ਹੈਗੀ। ਕਹਿੰਦੇ ਹੁਣ ਕਹਿੰਦੇ ਸਾਰੇ ਜਿਹੜੇ ਹੈਗੇ ਨੇ ਤੇਰੇ ਔਗਣ, ਕਹਿੰਦੇ ਉਹੀ ਤੈਨੂੰ ਬੰਨ ਕੇ ਨਾਲ ਲਿਜਾ ਰਹੇ ਨੇ। ਗੁਣ ਸੰਜਮ ਜਾਵੈ ਚੋਟ ਨਾ ਖਾਵੈ ਨਾ ਤਿਸ ਜੰਮਣ ਮਰਨਾ। ਕਹਿੰਦੇ ਜੋ ਜੀਵ ਪਰਮਾਤਮਾ ਦੇ ਸਿਫਤ ਸਲਾਹ ਕੀਤੀ ਆ, ਗੁਣ ਇਕੱਠੇ ਕੀਤੇ ਨੇ, ਉਹਨਾਂ ਨੂੰ ਕਹਿੰਦੇ ਫਿਰ ਜਮਾਂ ਦੀ ਚੋਟ ਨਹੀਂ ਪੈਂਦੀ ਹੈਗੀ, ਨਾ ਉਹਨਾਂ ਨੂੰ ਜੰਮਣ ਮਰਨ ਦਾ ਚੱਕਰ ਪੈਂਦਾ। ਉਹ ਪਰਮਾਤਮਾ ਦੀ ਦਰਗਾਹ 'ਚ ਸੁਰਖਰੂ ਹੁੰਦੇ ਨੇ।
ਕਾਲ ਜਾਲ ਜਮ ਜੋਹੇ ਨਾ ਸਾਕੈ, ਭਾਏ ਭਗਤ ਭੈ ਤਰਨਾ। ਕਹਿੰਦੇ ਉਹ ਫਿਰ ਜੀਵ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਮਾਈ ਕੀਤੀ ਆ, ਉਹਨਾਂ ਨੂੰ ਕੋਈ ਕਾਲ, ਕੋਈ ਜਾਲ, ਕਹਿੰਦੇ ਜਮਦੂਤ ਦਾ ਜਮ, ਕੋਈ ਕਹਿੰਦੇ ਉਹਨਾਂ ਨੂੰ ਜੋਹੇ ਨਾ ਸਾਕੇ, ਉਹਨਾਂ ਨੂੰ ਕੋਈ ਕਹਿੰਦੇ ਤੰਗ ਨਹੀਂ ਕਰ ਸਕਦਾ, ਕਿਉਂਕਿ ਉਹਨਾਂ ਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ ਆ। ਫਿਰ ਕਹਿੰਦੇ ਉਹਨਾਂ ਨੂੰ ਕੋਈ ਵੀ ਸੰਸਾਰ ਸਮੁੰਦਰ ਦਾ ਕੋਈ ਡਰ ਨਹੀਂ ਹੈਗਾ, ਉਹਨਾਂ ਨੇ ਸੁਰਖਰੂ ਹੋ ਜਾਣਾ। ਪਤ ਸੇਤੀ ਜਾਵੈ ਸਹਿਜ ਸਮਾਵੈ, ਸਗਲੇ ਦੁੱਖ ਮਿਟਾਵੈ। ਹਾਂਜੀ, ਉਹ ਜੀਵ ਕਹਿੰਦੇ ਇੱਜ਼ਤ ਨਾਲ ਜਾਂਦੇ ਨੇ ਆਪਣੇ ਘਰ, ਅਡੋਲਤਾ ਦੇ ਵਿੱਚ ਸਮਾਉਂਦੇ ਨੇ। ਕਹਿੰਦੇ ਉਹਨਾਂ ਦੇ ਸਾਰੇ ਹੀ ਦੁੱਖ ਖਤਮ ਹੋ ਜਾਂਦੇ ਨੇ ਜੋ ਪਰਮਾਤਮਾ ਦਾ ਨਾਮ ਲੈ ਕੇ ਜਾਂਦੇ ਨੇ। ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ, ਸਾਚੇ ਤੇ ਪਤ ਪਾਵੈ। ਕਹਿੰਦੇ ਗੁਰੂ ਨਾਨਕ ਜੀ ਕਹਿੰਦੇ ਨੇ, ਹੇ ਪ੍ਰਾਣੀ, ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਤੇ ਉਹ ਸੱਚੇ ਦੇ ਦਰਬਾਰ ਦੇ ਵਿੱਚ ਵੀ ਇੱਜ਼ਤ ਪਾਉਂਦੇ ਨੇ ਤੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ। ਸੰਸਾਰ ਦੇ ਵਿੱਚ ਵੀ ਸੌਖੇ ਰਹਿੰਦੇ ਨੇ, ਲੋਕ ਵਿੱਚ ਵੀ ਸੌਖੇ ਰਹਿੰਦੇ ਨੇ ਤੇ ਫਿਰ ਪਰਲੋਕ ਵਿੱਚ ਵੀ ਉਹਨਾਂ ਨੂੰ ਇੱਜ਼ਤ ਮਿਲਦੀ ਆ। ਹਾਂਜੀ ਸੰਗਤ ਜੀ, ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਹੋਈਆਂ ਅਨੇਕਾਂ ਗਲਤੀਆਂ ਭੁੱਲਾਂ ਚੁੱਕਾਂ ਇਸ ਦਾਸੀ ਦੀ ਝੋਲੀ ਪਾਉਣੀਆਂ। ਸੱਚੇ ਪਿਤਾ ਜੀ, ਗੁਰੂ ਜੀ, ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਬਖਸ਼ ਦਿਓ ਜੀ, ਅੱਗੇ ਤੋਂ ਸਮੱਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।